ਵੋਟਿੰਗ ਲਈ ਪੰਜਾਬ ਤਿਆਰ। ਕੱਲ ਈਵੀਐਮ 'ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ। ਦਾਅ ਤੇ ਵੱਡੇ ਚਿਹਰਿਆਂ ਦੀ ਸਾਥ। ਵੋਟਿੰਗ ਨੂੰ ਲੈ ਕੇ ਪ੍ਰਸ਼ਾਸਨ ਅਲਰਟ। ਸ਼ਹਿਰ ਵਧੀ ਪੁਲਿਸ ਅਤੇ ਪੈਰਾਮਿਲਟਰੀ ਦੀ ਤੈਨਾਤੀ। ਚੱਪੇ ਤੇ ਰੱਖੀ ਜਾ ਰਹੀ ਨਜ਼ਰ। ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨੀ ਸਿੱਖਾਂ ਦੇ ਵਫਦ ਨਾਲ ਕੀਤੀ ਮੁਲਾਕਾਤ। ਸਿੱਖਾਂ ਨੇ ਅਫਗਾਨਿਸਤਾਨ ਤੋਂ ਵਾਪਸੀ ਲਈ ਚੱਕੇ ਕਦਮਾਂ ਲਈ ਪੀਐਮ ਦਾ ਕੀਤਾ ਸ਼ੁਕਰੀਆ। ਕੱਲ ਵੀ ਸਿੱਖ ਆਗੂਆਂ ਨੂੰ ਮਿਲੇ ਸੀ ਪ੍ਰਧਾਨ ਮੰਤਰੀ। ਪ੍ਰਚਾਰ ਦੇ ਰੌਲੇ ਤੋਂ ਵਿਹਲੇ ਹੋ ਕੇ ਪਰਮਾਤਮਾ ਦੇ ਦਰ ਤੇ ਪਹੁੰਚ ਰਹੇ ਸਿਆਸਤਦਾਨ। ਸੀਐਮ ਚੰਨੀ ਨੇ ਕਤਲਗੜ੍ਹ ਸਾਹਿਬ ਦੇ ਵਿੱਚ ਟੇਕਿਆ ਮੱਥਾ। ਪਤਨੀ ਦੇ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ ਤਾਂ ਰਾਘਵ ਚੱਡਾ ਨੇ ਕੀਤੇ ਮਨਸਾ ਦੇਵੀ ਮੰਦਿਰ ਦੇ ਦਰਸ਼ਨ। ਬਾਗੀਆਂ ਤੇ ਕਾਂਗਰਸ ਦਾ ਐਕਸ਼ਨ ਲਗਾਤਾਰ ਜਾਰੀ। ਹੁਣ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ ਪਾਰਟੀ ਚੋਂ ਕੱਢਿਆ। ਕੱਲ ਤਰਸੇਮ ਡੀਸੀ ਤੇ ਅਮਰੀਕ ਢਿੱਲੋਂ ਨੂੰ ਕੀਤਾ ਸੀ ਬਾਹਰ। ਚੋਣਾਂ 'ਚ ਕਿਸੇ ਇੱਕ ਪਾਰਟੀ ਦੇ ਨਾਲ ਜਾਣ ਤੋਂ ਡੇਰਾ ਸਿਰਸਾ ਕਰ ਸਕਦਾ ਹੈ ਕਿਨਾਰਾ। ਹਲਕਿਆਂ ਦੇ ਹਿਸਾਬ ਦੇ ਨਾਲ ਹਿਮਾਇਤ ਦੇਣ ਦੀ ਚਰਚਾ। ਅੱਜ ਸ਼ਾਮ ਤੱਕ ਪ੍ਰੇਮੀਆਂ ਦੇ ਨਾਂ ਸੰਦੇਸ਼ ਜਾਰੀ ਕਰ ਦੇਵੇਗਾ ਰਾਮ ਰਹੀਮ। ਵਿਧਾਨ ਸਭਾ ਚੋਣਾਂ 'ਚ ਨਿਊਜ਼ 18 ਨੇ ਜਮਾਇਆ ਬਾਦਸ਼ਾਹਤ ਦਾ ਸਿੱਕਾ। ਬਣਿਆ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਡਿਜੀਟਲ ਪਲੇਟਫਾਰਮ। 198 ਮਿਲੀਅਨ ਵਿਊਜ਼ ਦੇ ਨਾਲ ਬਣਿਆ ਨੰਬਰ 1। ਤਾਂ ਨਿਊਜ਼ 18 ਤੇ ਮਹਾ ਕਵਰੇਜ ਲਗਾਤਾਰ ਜਾਰੀ ਹੈ। ਵੱਖ-ਵੱਖ ਹਲਕਿਆਂ ਦਾ ਹਾਲ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ। ਵੱਖ-ਵੱਖ ਹਲਕਿਆਂ ਦੇ ਵਿੱਚ ਕਿਹੜੇ ਚਿਹਰੇ ਨੇ, ਕਿਸ ਰਣਨੀਤੀ ਦੇ ਨਾਲ ਪਾਰਟੀਆਂ ਵੱਲੋਂ ਕੈਂਡੀਡੇਟਸ ਉਤਾਰੇ ਗਏ ਨੇ। ਗੁਰਜੋਤ, ਹਲਕਿਆਂ ਦਾ ਜ਼ਿਕਰ ਆਪਾਂ ਕਰਦੇ ਰਵਾਂਗੇ, ਪਰ ਇਸ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਨਾਲ-ਨਾਲ ਚੱਲਦੀ ਹੈ। ਪ੍ਰਧਾਨ ਮੰਤਰੀ ਦਾ ਮੈਂ ਜ਼ਿਕਰ ਕਰਨਾ ਜ਼ਰੂਰ ਚਾਹੂੰਗਾ ਕਿ ਕੱਲ ਵੀ ਕੁਝ ਸਿੱਖ ਆਗੂਆਂ ਨੂੰ ਮਿਲੇ ਸੀ ਤੇ ਅੱਜ ਵੀ ਅਫਗਾਨਿਸਤਾਨ ਦੇ ਸਿੱਖਾਂ ਨੂੰ ਮਿਲੇ ਨੇ। ਭਾਵੇਂ ਇਸ ਨੂੰ ਇੱਕ ਸ਼ਿਸ਼ਟਾਚਾਰ ਭਰੀ ਮੁਲਾਕਾਤ ਕਿਹਾ ਜਾਂਦਾ, ਪਰ ਇਲੈਕਸ਼ਨਾਂ ਦੇ ਵਿੱਚ ਸੁਭਾਵਿਕ ਹੈ ਕਿ ਇਸ ਨੂੰ ਉਸ ਨਜ਼ਰੀਏ ਤੋਂ, ਸਿਆਸੀ ਨਜ਼ਰੀਏ ਤੋਂ ਦੇਖਿਆ ਜਾਏ। ਬਿਲਕੁਲ ਜੀ, ਕਿਉਂਕਿ ਬੀਜੇਪੀ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਬਹੁਤ ਜ਼ਰੂਰੀ ਮੀਟਿੰਗਾਂ ਸਨ। ਬਹੁਤ ਸਾਰੇ ਅਜਿਹੇ ਮਸਲੇ ਨੇ ਜਿਨ੍ਹਾਂ ਨੂੰ ਚੱਕਣਾ ਜ਼ਰੂਰੀ ਸੀ, ਪਰ ਖਾਸ ਤੌਰ ਤੇ ਜੇਕਰ ਇਸ ਮੁਲਾਕਾਤ ਦੀ ਵਿਚਾਰਧਾਰਾ ਦੀ ਗੱਲ ਕਰੀਏ, ਵਿਰੋਧੀਆਂ ਦੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੇ ਸਵਾਲ ਚੋਣਾਂ ਨੂੰ ਲੈ ਕੇ ਵੀ ਚੁੱਕ ਰਹੇ ਨੇ। ਸੋ ਪ੍ਰਧਾਨ ਮੰਤਰੀ ਨੂੰ ਅੱਜ ਅਫਗਾਨਿਸਤਾਨ ਤੋਂ ਆਏ ਸਿੱਖਾਂ ਦਾ ਇੱਕ ਵਫਦ ਮਿਲਿਆ ਹੈ ਔਰ ਮਸਲੇ ਹੱਲ ਕਰਨ ਦਾ, ਜੋ ਵੀ ਮਸਲੇ ਨੇ ਉਹਨਾਂ ਦੇ ਉਹ ਹੱਲ ਕਰਨ ਦਾ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ। ਉਹਨਾਂ ਦੀ ਰਿਹਾਇਸ਼ ਤੇ ਇਹ ਮੁਲਾਕਾਤ हुई है और इसलिए हमारे मंत्री जी स्वयं बहुत जल्दी सुबह पहुंचे, ज्यादातर अफगान अपने सिख नजर आए, सम्मान पूर्वक सर पे उठा करके उसे ले आए। वाहिगुरू जी का खालसा, वाहिगुरू जी की फतेह। मैं तो कहता हूँ आप प्रधानमंत्री हिंदुस्तान के नहीं, सब दुनिया के प्रधानमंत्री। जहाँ जहाँ हिंदू सिख हिंदुस्तानी रहता उनका दर्द आप ही समझ सकते हो और कोई नहीं समझ सकता। और जहाँ भी समस्या होती है मैं देखता हूँ आप सबसे पहले आगे आते हो। मेरे आंखों में आंसू आ गए जब आपने बोला कि आपने श्री हरदीप पुरी जी को, मनजिंदर सिंह सिरसा जी को आपने बोला कि हमारी तरफ से आप लोग जाके श्री गुरु ग्रंथ साहब जी महाराज की सवारी साहब बड़े अदब और सत्कार से साथ लाओ। हमारे लिए वो जिंदगी, हमारे लिए वो जान है जो आपने ये बड़ा बड़ा काम किया है। गुरु ग्रंथ साहब का स्वरूप हमारे लिए भी उतना ही श्रद्धेय है जी, और इसलिए हमारे मंत्री जी स्वयं बहुत जल्दी सुबह पहुंचे, अपने सम्मान पूर्वक सर पे उठा करके उसे ले आए और उसको सही स्थान पर प्रस्थापित करना, क्योंकि एक महान परंपरा है, महान विरासत है। बोले सोनेहा श्री अकाल। मैं आपको कहना चाहता हूँ प्रधानमंत्री जी, कोई नहीं सुन रहा था। मैं जनतक तौर पर कह रहा हूँ, कोई नहीं सुन रहा था। सब दरवाजे खटका के देख लिए और आपने फिर सुना। हम आपके लिए हृदय से आपका धन्यवाद करने के लिए, ये सारे वो लोग आए हैं जिन्होंने सीए के दौरान लंबी लड़ाई आप लड़ते रहे और आपके सीए के बाद इन लोगों को यहाँ पे रहने का अवसर मिला। आपने मान सम्मान दिया, क्योंकि मुझे मालूम है अफगानिस्तान में ये सम्मान का कितना महत्व होता है और वहाँ का हिंदू भी इसे बड़े गर्व से पहनता है। अफगानिस्तान में ये अफगान की पहचान है। आज ये आपने मुझे पहनाया है,
ये हमारे करजाई साहब देखेंगे, वो सबसे ज्यादा खुश हो जाएंगे। जो आप सब यहाँ आए हैं, ये घर आपका है, आप हमारे यहाँ मेहमान नहीं है जी, आप, ये घर आपका है, ये हिंदुस्तान आपका ही घर है और हर हिंदुस्तानी आपके प्रति उतना ही प्यार और सम्मान रखता है। आपका धन्यवाद करने के लिए सर हम आए यहाँ, जो आप और आपकी सरकार ने कठिन से कठिन समय में आपने हमारे साथ दिया। और मुझे याद है जिस दिन मैं काबुल में पार्लियामेंट में मेरा भाषण था और जब मैंने खान अब्दुल गफ्फार खान की चर्चा की और जब मैंने ये कहा कि मेरा सौभाग्य रहा कि मुझे खान अब्दुल गफ्फार खान जी के दर्शन करने का सौभाग्य मिला था, तो एकदम से सदन में सब लोग बड़े ही अचंभित होकर के बड़े भक्ति भाव से अपनी भावना व्यक्त करने लगे। व्यक्तिगत रूप से अब खान लोगों का प्यार मुझे इतना मिला है जी, मैं कल्पना नहीं कर सकता। शायद ही कोई महीना ऐसा नहीं गया होगा कि अफगान किसी नागरिक ने मुझे कुछ न कुछ भेंट सौगात न भेजी हो। बोल बांके बिहारी लाल की जय। ਤਾਂ ਪ੍ਰਧਾਨ ਮੰਤਰੀ ਅਫਗਾਨਿਸਤਾਨ ਦੇ ਸਿੱਖ ਆਗੂਆਂ ਨੂੰ ਮਿਲੇ ਨੇ, ਉਹਨਾਂ ਦੇ ਵਫਦ ਨੂੰ ਮਿਲੇ ਨੇ, ਤਾਂ ਗੁਰਜੋਤ ਪੰਜਾਬ ਦੇ ਵਿੱਚ ਵੀ ਉਮੀਦਵਾਰ ਆਪਣੇ ਤਰੀਕੇ ਨਾਲ ਸਾਰੇ ਪਰਮਾਤਮਾ ਦੇ ਦਰਬਾਰ 'ਚ ਪਹੁੰਚ ਰਹੇ ਨੇ, ਹਾਜ਼ਰੀ ਲਗਾ ਰਹੇ ਨੇ, ਆਪਣੇ ਤਰੀਕੇ ਨਾਲ ਨਤਮਸਤਕ ਹੋ ਰਹੇ ਨੇ। ਬਿਲਕੁਲ। ਸੋ ਇੱਕ ਪਾਸੇ ਐਕਟੀਵਿਟੀ ਦੀ ਗੱਲ ਕਰੀਏ ਤਾਂ ਵੱਖੋ ਵੱਖਰੀਆਂ ਨੇ, ਪਹਿਲਾਂ ਜ਼ੁਬਾਨੀ ਜੰਗ ਸੀ ਪਰ ਹੁਣ ਪਰਮਾਤਮਾ ਦੇ ਘਰ ਜਾ ਕੇ ਉਹਨਾਂ ਤੋਂ ਜਿਹੜਾ ਹੈ ਉਹ ਦਾਤ ਮੰਗੀ ਜਾ ਰਹੀ ਹੈ, ਲੋਕਾਂ ਦਾ ਪਿਆਰ ਮੰਗਿਆ ਜਾ ਰਿਹਾ ਵੋਟਾਂ ਦੇ ਰੂਪ ਦੇ ਵਿੱਚ, ਤਾਂ ਕਿ ਉਹੀਓ ਜਿਹੜੇ ਨੇ ਉਹ ਜਿੱਤ ਹਾਸਲ ਕਰ ਸਕਣ। ਸੋ ਦੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। सीएम चरणजीत चन्नी होरां दे वल्लों कतरगढ़ साहिब नतमस्तक होया गया, तो दूजे पासे हरसिमरत बादल और सुखबीर बादल जिहड़े दोवें हरमंदर साहिब च नतमस्तक होए ने। सो दो तस्वीरां पंजाब दीयां दो वड्डियां पार्टियां दे वड्डे आगूआं दीयां। चरणजीत सिंह चन्नी गुरुद्वारा कतलगढ़ साहिब दे विच मत्था टेकन पहुंचे और दूसरे पासे तस्वीर श्री दरबार साहिब दी, हरमंदर साहिब दी, जिथे सुखबीर बादल अपनी धर्म पत्नी हरसिमरत कौर बादल दे नाल नतमस्तक होए। मैं हमेशा ही अक्सर चमकौर साहब, कतलगढ़ साहब गुरुद्वारा साहब चाਹੁੰਦਾ ਸ਼ਹੀਦਾਂ ਸਿੰਘਾਂ ਦੀ ਧਰਤੀ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸਿੰਘਾਂ ਦੇ ਨਾਲ ਇੱਥੇ ਸ਼ਹੀਦ ਹੋਏ। ਸੋ ਸਾਡੇ ਚਮਕੌਰ ਸਾਹਿਬ ਦੇ ਬਾਰੇ ਚ ਕਿਹਾ, ਅੱਲਾ यार खाने के घर एक हिंद में तीर्थ है यात्रा के लिए, कटाए बाप ने बच्चे जहां खुदा के लिए, चमक है मेहर की है चमकौर तेरे जर्रों में, सियारे यहीं से गए आसमां के लिए। सो उस धरती ते मैनू सेवा करने का मौका मिलिया। मैं गुरु साहब का शुकराना करन आया होया ते अरदास भी की है कि परमात्मा जिस तरह पहला सेवा लई अगे वास्ते सेवा देण दी कृपालता करे। सो यही मेरा थीम सी। परमात्मा का शुकराना करने वास्ते आए। श्रोमणी अकाली दल ने जो जंग लड़ी, सारे वर्करां ने बड़ी मेहनत की, परमात्मा के चरणों च दास बेनती करना है कि परमात्मा मेहर रखन। तो बिल्कुल दो तस्वीरां विखाईयां, तो हुण हर एक सियासतदान परमात्मा के घर जा रहा, अरदास बेनतियां कीतियां जा रही हैं। हालांकि इस तो पहला भी गुरुद्वारा साहिब नतमस्तक हुंदे ने, पर इस वेले तां ज्यादा अहम है क्योंकि कल नूं वोटिंग और कुछ ही घंटे बाकी ने जदों लोकां दे वल्लों अपने उम्मीदवार चुने जा रहे हैं। तां होर वेखदे हां विक्रम मजीठिया ते उन्हां दी पत्नी दे वल्लों जिहड़ा है ओह भी नतमस्तक होया गया, ओह भी नतमस्तक हुंदे हुए नजर आए ने। बाबा दीप सिंह जी दा गुरुद्वारा शहीदगंज साहिब, उत्थे उन्हां ने मत्था टेकिया ते नाल ही हरमंदर साहिब नतमस्तक होए ने। विक्रम मजीठिया ते उन्हां दी धर्म पत्नी गनीव कौर मजीठिया दोने चोण लड़ रहे ने। गनीव कौर मजीठिया मजीठा हल्के तो चोण लड़ रहे ने ते विक्रम मजीठिया अमृतसर ईस्ट तो नवजोत सिंह सिद्धू नूं चुनौती दे रहे ने। सो उन्हां वल्लों भी अज परमात्मा दे दरबार च हाज़री भरी गई। ਤੇ ਉਧਰ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਅੱਜ ਮਾਤਾ ਮਨਸਾ ਦੇਵੀ ਮੰਦਿਰ ਪਹੁੰਚੇ। ਚੰਡੀਗੜ੍ਹ ਪੰਚਕੂਲਾ ਦੀ ਜਦ ਦੇ ਵਿੱਚ ਇਹ ਮੰਦਿਰ ਹੈ, ਮਾਤਾ ਮਨਸਾ ਦੇਵੀ ਮੰਦਿਰ, ਔਰ ਬਹੁਤ ਵੱਡਾ ਸਮਾਗਮ ਇੱਥੇ ਅਕਸਰ ਹੁੰਦਾ ਹੈ ਔਰ ਬਹੁਤ ਮਾਨਤਾ ਹੈ ਇਸ ਜਗ੍ਹਾ ਦੀ। ਬਹੁਤ ਲੀਡਰ ਜਿਹੜੇ ਨੇ ਉੱਥੇ ਜਾਂਦੇ ਨੇ, ਆਸ਼ੀਰਵਾਦ ਲੈਂਦੇ ਨੇ, ਮਾਤਾ ਦੇ ਦਰਬਾਰ ਨਤਮਸਤਕ ਹੁੰਦੇ ਨੇ। ਅੱਜ ਰਾਘਵ ਚੱਡਾ ਪਹੁੰਚੇ ਨੇ।
ਬਿਲਕੁਲ ਇਹਨਾਂ ਨੇ ਪੂਜਾ ਅਰਚਨਾ ਕੀਤੀ ਹੈ ਔਰ ਵੇਖ ਸਕਦੇ ਹੋ ਤਸਵੀਰਾਂ ਵੀ ਸਾਫ਼ ਤੌਰ ਤੇ ਜ਼ਾਹਿਰ ਹੋ ਰਹੀਆਂ ਨੇ ਕਿ ਪੂਰੀ ਸ਼ਰਧਾ ਭਾਵਨਾ ਦੇ ਨਾਲ ਮੰਦਿਰਾਂ ਦੇ ਵਿੱਚ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਜਾਇਆ ਜਾ ਰਿਹਾ, ਮੱਥੇ ਟੇਕੇ ਜਾ ਰਹੇ ਨੇ। ਉਹਨਾਂ ਨੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਪ੍ਰਾਰਥਨਾ ਕੀਤੀ ਹੈ ਕਿਉਂਕਿ ਅਮਨ ਅਮਾਨ ਦੇ ਨਾਲ ਵੋਟਾਂ ਪੈਣ ਇਹ ਵੀ ਬੇहद ਵੱਡੀ ਪਹਿਲ ਹੈ। ਬੇਸ਼ੱਕ ਹਾਰ ਜਿੱਤ ਤਾਂ ਬਣੀ ਹੋਈ ਹੈ ਪਰ ਅਮਨ ਅਮਾਨ ਬੇहद ਜ਼ਿਆਦਾ ਇਸ ਵੇਲੇ ਜ਼ਰੂਰੀ ਹੈ। ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਅਰਦਾਸ ਕੀਤੀ, ਪ੍ਰਾਰਥਨਾ ਕੀਤੀ, ਨਤਮਸਤਕ ਹੋਏ ਕਿ ਮਾਤਾ ਰਾਣੀ ਸਾਰਿਆਂ ਨੂੰ ਖੁਸ਼ੀ ਬਖਸ਼ੇ, ਖੁਸ਼ਹਾਲੀ ਬਖਸ਼ੇ, ਸਭ ਲੋਕੀ ਹੱਸਦੇ ਵਸਦੇ ਰਵੇਂ, ਨਾਲ ਸਭ ਦੀ ਭਲਾਈ ਲਈ, ਖੁਸ਼ਹਾਲੀ ਲਈ, ਸਮਰਥ ਲਈ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਅਰਦਾਸ ਕੀਤੀ। ਤਾਂ ਸਿਆਸਤਦਾਨ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਹੈ ਕਾਇਮ ਰਵੇ। ਵੋਟਾਂ ਆਪਣੀ ਜਗ੍ਹਾ ਨੇ, ਸਿਆਸਤ ਆਪਣੀ ਜਗ੍ਹਾ ਹੈ, ਪਰ ਭਾਈਚਾਰੇ, ਆਪਸੀ ਭਾਈਚਾਰੇ ਦੇ ਵਿੱਚ ਕਿਸੇ ਤਰੀਕੇ ਦਾ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ। ਸੁਖਬੀਰ ਬਾਦਲ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਹੈ, ਤੁਹਾਨੂੰ ਸੁਣਾਉਂਦੇ ਹਾਂ। ਵਾਸਤੇ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ। ਪੰਜਾਬ ਤੋਂ ਬਾਅਦ ਸਾਨੂੰ ਅਸੀਂ ਦੇਖਦੇ ਵੀ ਨਹੀਂ, ਅਸੀਂ ਹਰ ਲੜਾਈ ਪੰਜਾਬੀਆਂ ਦੀ ਲੜਦੇ ਹਾਂ। ਇਸ ਕਰਕੇ ਪੰਜਾਬ ਨੂੰ ਇਕੱਠਾ ਰੱਖੀਏ, ਪੰਜਾਬ ਵਿੱਚ ਭਾਈਚਾਰਕ ਸਾਂਝ ਰੱਖੀਏ, ਪੰਜਾਬੀਅਤ ਨੂੰ ਤਗੜਾ ਕਰੀਏ। ਤਾਂ ਉਧਰ ਦੂਜੇ ਪਾਸੇ ਭਗਵੰਤ ਮਾਨ ਯਾਨੀ ਕਿ ਵੱਡੇ ਚਿਹਰਿਆਂ ਦੇ ਵੱਲੋਂ ਕੀ ਅਪੀਲ ਕੀਤੀ ਜਾ ਰਹੀ ਹੈ, ਕਾਫੀ ਅਹਿਮੀਅਤ ਰੱਖਦਾ ਹੈ। ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਕਿਸੇ ਦੇ ਦਬਾਅ ਹੇਠ, ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਲਾਲਚ ਦੇ ਵਿੱਚ ਆ ਕੇ ਨਾ ਵੋਟ ਪਾਈ ਜਾਵੇ, ਬਲਕਿ ਜੋ ਤੁਹਾਡਾ ਦਿਲ ਚਾਹੁੰਦਾ ਹੈ, ਜਿਹੜਾ ਤੁਹਾਨੂੰ ਉਮੀਦਵਾਰ ਲੱਗਦਾ ਉਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਹੈ ਉਹ ਭਗਤਾਈ ਜਾਵੇ। ਵੋਟਾਂ ਦਾ ਪ੍ਰਚਾਰ ਬੰਦ ਹੋ ਗਿਆ, ਵੋਟਾਂ ਪੈਣਗੀਆਂ 20 ਫਰਵਰੀ ਨੂੰ। ਮੈਂ ਤੁਹਾਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਭਾਵੇਂ ਵੋਟ ਜਿਹਨੂੰ ਮਰਜ਼ੀ ਪਾਇਓ, ਪਰ ਆਪਣੀ ਮਰਜ਼ੀ ਨਾਲ ਪਾਇਓ, ਕਿਸੇ ਦਬਾਅ 'ਚ ਜਾਂ ਲਾਲਚ 'ਚ ਨਹੀਂ ਆਉਣਾ। ਪੰਜਾਬੀ ਤਾਂ ਵੱਖ-ਵੱਖ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਇਲੈਕਸ਼ਨ ਦੇ ਨਾਲ ਜੁੜੀ ਹਰ ਤਸਵੀਰ, ਹਰ ਆਗੂ, ਹਰ ਕੈਂਡੀਡੇਟ ਕਿਸ ਤਰੀਕੇ ਨਾਲ ਵਿਚਰ ਰਿਹਾ ਹੈ, ਕਿਸ ਤਰੀਕੇ ਨਾਲ ਉਹ ਵੱਖ-ਵੱਖ ਥਾਵਾਂ ਤੇ ਜਾ ਰਿਹਾ, ਕਿਉਂਕਿ ਚੋਣ ਪ੍ਰਚਾਰ ਤੇ ਬੰਦ ਹੋ ਚੁੱਕਿਆ ਹੈ ਔਰ ਐਸੇ ਵਿੱਚ ਸਿਰਫ ਇੱਕ ਡੋਰ ਟੂ ਡੋਰ ਪ੍ਰਚਾਰ ਦੀ ਆਪਸ਼ਨ ਹੈ। ਇਲੈਕਸ਼ਨ ਕਮਿਸ਼ਨ ਦੀਆਂ ਪਾਬੰਦੀਆਂ ਦੇ ਵਿੱਚ ਸੀਐਮ ਚੰਨੀ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ। ਬਿਲਕੁਲ ਗਊਸ਼ਾਲਾ ਪਹੁੰਚੇ ਨੇ ਮੁੱਖ ਮੰਤਰੀ ਚੰਨੀ। ਸਵੇਰੇ ਉਹਨਾਂ ਦੇ ਵੱਲੋਂ ਉੱਥੇ ਸ਼ਮੂਲੀਅਤ ਕੀਤੀ ਗਈ ਹੈ, ਜਾ ਕੇ ਉਹਨਾਂ ਨੇ ਗਊਆਂ ਨੂੰ ਚਾਰਾ ਵੀ ਖਵਾਇਆ, ਜੋ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ। ਆਪਣੇ ਤਰੀਕੇ ਦੇ ਨਾਲ ਵੱਖ-ਵੱਖ ਥਾਈਂ ਉਹਨਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ ਕਿਉਂਕਿ ਹੁਣ ਚੋਣ ਪ੍ਰਚਾਰ ਤਾਂ ਨਹੀਂ ਹੈ, ਪਰ ਇਸ ਤਰ੍ਹਾਂ ਦੇ ਨਾਲ ਜਾ ਕੇ ਆਪਣੀ ਹਾਜ਼ਰੀ ਲੋਕਾਂ ਦੇ ਵਿੱਚ ਜ਼ਰੂਰ ਲਗਾ ਰਹੇ ਨੇ। ਤਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ, ਲਗਾਤਾਰ ਸਾਡੀ ਇਹ ਮਹਾ ਕਵਰੇਜ ਜਾਰੀ ਰਹੇਗੀ।